ਬੁੱਢੇ ਇਨਸਾਨ ਦਾ ਜਦੋਂ ਮਰਨ ਦਾ ਟਾਈਮ ਨੇੜੇ ਆ ਗਿਆ ਤੇ ਉਹਨੇ ਸੋਚਿਆ ਕਿ ਆਪਣੇ ਜਿਹੜੇ ਆਖਰੀ ਦੇ ਦਿਨ ਨੇ ਉਹ ਆਪਣੇ ਕਿਉਂ ਨਾ ਪੁੱਤਰਾਂ ਦੇ ਨਾਲ ਗੁਜ਼ਾਰੇ ਜਾਣ। ਉਹ ਸਾਰਿਆਂ ਨਾਲ ਵੱਡੇ ਪੁੱਤਰ ਦੇ ਕੋਲ ਜਾ ਕੇ ਰਹਿਣ ਲੱਗ ਪਿਆ। ਜਦੋਂ ਉਹਨੇ ਵੇਖਿਆ ਕਿ ਉਹ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦਾ ਹੈ, ਆ ਕੇ ਘਰ ਵੀ ਕੰਮ ਕਰਦਾ ਹੈ, ਬਾਅਦ 'ਚੋਂ ਆਪਣੇ ਪਿਓ ਦੀ ਖਿਦਮਤ ਵੀ ਕਰਦਾ ਹੈ। ਬਾਪ ਨੂੰ ਅੰਦਰੋਂ ਤੇ ਅੰਦਰੋਂ ਬੜੀ ਖਿੱਚ ਜੀ ਪਈ, ਲੇਕਿਨ ਉਹਦੇ ਕੋਲ ਹੋਰ ਚਾਰਾ ਵੀ ਕੋਈ ਨਹੀਂ ਸੀ। ਉਹ ਹੋਰ ਕਰ ਵੀ ਕੀ ਸਕਦਾ ਸੀ। ਉਹ ਪੁੱਤਰ ਵੀ ਪਿਓ ਨੂੰ ਬਜ਼ਾਹਰਨ ਤੇ ਕੁਝ ਨਾ ਕਹਿੰਦਾ, ਲੇਕਿਨ ਅੰਦਰੋਂ ਹੀ ਅੰਦਰੋਂ ਬਹੁਤ ਤੰਗ ਸੀ ਆਪਣੇ ਪਿਓ ਤੋਂ। ਉਹਨੇ ਸੋਚਣਾ ਕਿ ਮੈਂ ਖੇਤਾਂ 'ਚ ਵੀ ਕੰਮ ਕਰਨਾ, ਘਰ ਵੀ ਆ ਕੇ ਕੰਮ ਕਰਨਾ, ਫਿਰ ਪਿਓ ਦੀ ਖਿਦਮਤ ਵੀ ਕਰਨਾ ਵਾ। ਅਤੇ ਉਹ ਅੰਦਰੋਂ ਹੀ ਅੰਦਰੋਂ ਨਾ ਬੜਾ ਤੰਗ ਜਿਹਾ ਸੀ। ਉਹ ਆਪਣੇ ਲਫ਼ਜ਼ਾਂ 'ਚ ਇਹੋ ਜਿਹੀ ਕੜਵਾਹਟ ਲੈ ਆਇਆ ਕਿ ਪਿਓ ਜਿਹੜਾ ਨਾ ਉਹਦੇ ਤੋਂ ਦੂਰ ਹੋਣਾ ਸ਼ੁਰੂ ਹੋ ਗਿਆ। ਪਿਓ ਨੂੰ ਵੀ ਅਹਿਸਾਸ ਹੋ ਗਿਆ ਕਿ ਕੀ ਨਾ ਇਹ ਪੁੱਤਰ ਜਿਹੜਾ ਨਾ ਕੰਮ ਦੀ ਵਜ੍ਹਾ ਤੋਂ ਥੱਕਿਆ ਜਿਹੜਾ ਨਾ ਮੇਰੇ 'ਤੇ ਵੀ ਕੜਵਾਹਟ ਕੱਢਣ ਲੱਗ ਪਿਆ। ਉਹ ਬੜਾ ਨਾ ਤੰਗ ਜਿਹਾ ਆ ਗਿਆ। ਪਿਓ ਵੀ ਪੁੱਤਰ ਦੇ ਅੱਗੇ ਹੀ ਤੰਗ ਸੀ। ਅਤੇ ਇੱਕ ਦਿਨ ਨਾ ਉਹਨੇ ਫੈਸਲਾ ਕੀਤਾ ਕਿ ਕਿਉਂ ਨਾ ਮੈਂ ਜਿਹੜਾ ਨਾ ਆਪਣੇ ਛੋਟੇ ਪੁੱਤਰ ਕੋਲ ਜਾ ਕੇ ਰਵਾਂ। ਉਹਨੇ ਨਾ ਇੱਕ ਦਿਨ ਆਪਣੇ ਵੱਡੇ ਪੁੱਤਰ ਨੂੰ ਕਿਹਾ ਕਿ ਮੈਂ ਨਾ ਤੇਰੇ ਤੋਂ ਛੋਟੇ ਵਾਲੇ ਕੋਲ ਚੱਲਾ ਵਾਂ, ਚੌਥੇ ਨੰਬਰ ਵਾਲੇ ਕੋਲ, ਅਤੇ ਤੂੰ ਜਿਹੜੇ ਨਾ ਆਪਣੀ ਜ਼ਿੰਦਗੀ ਗੁਜ਼ਾਰ, ਤੂੰ ਐਵੇਂ ਐਡਾ ਕੋੜਾ ਨਾ ਹੋਇਆ ਕਰ। ਮੈਂ ਚਲਾ ਜਾਣਾ, ਮੇਰੀ ਜ਼ਿੰਦਗੀ ਦੇ ਦਿਨ ਥੋੜ੍ਹੇ ਨੇ, ਮੈਂ ਚਾਹ ਰਿਹਾ ਕਿ ਆਪਣੇ ਬੇਟਿਆਂ ਦੇ ਨਾਲ ਜ਼ਿੰਦਗੀ ਗੁਜ਼ਾਰਾਂ। ਉਹਨੇ ਨਾ ਖਾਮੋਸ਼ੀ ਦਾ ਇਜ਼ਹਾਰ ਕੀਤਾ ਮੁੰਡੇ ਨੇ। ਉਹਨੇ ਨਾ ਹਾਂ ਕੀਤੀ ਨਾ ਨਾ ਕੀਤੀ। ਉਹ ਪਿਓ ਜਿਹੜਾ ਨਾ ਟੁਰ ਪਿਆ ਉੱਥੋਂ, ਚੌਥੇ ਮੁੰਡੇ ਕੋਲ ਆ ਗਿਆ। ਚੌਥਾ ਮੁੰਡਾ ਜਿਹੜਾ ਸੀ ਨਾ ਉਹ ਬੜਾ ਵੱਡਾ ਤਾਜਰ ਸੀ, ਦੁਕਾਨਾਂ ਲੈਂਦਾ ਸੀ, ਫਰੋਖਤ ਕਰਦਾ ਸੀ, ਠੀਕ ਠਾਕ ਉਹਦਾ ਕੰਮ ਸੀ। ਉਹਦੇ ਕੋਲ ਆ ਗਿਆ। ਉਹਨੇ ਪਿਓ ਦੀ ਚੰਗੀ ਖਿਦਮਤ ਕੀਤੀ, ਇਸਤਕਬਾਲ ਕੀਤਾ ਉਹਨੇ ਪਿਓ ਦਾ। ਉਹਦੀ ਬੇਗਮ ਨੇ ਵੀ ਅੱਛੇ ਖਾਣੇ ਖੁਣੇ ਖਿਲਾਏ। ਅਤੇ ਬਾਬਾ ਜਿਹੜਾ ਨਾ ਉੱਥੇ ਰਹਿਣ ਲੱਗ ਪਿਆ ਆਪਣੇ ਚੌਥੇ ਮੁੰਡੇ ਕੋਲ। ਬਾਬੇ ਨੂੰ ਉੱਥੇ ਦਾ ਮਾਹੌਲ ਪਸੰਦ ਆ ਗਿਆ, ਅਟੈਚਮੈਂਟ ਹੋ ਗਈ ਉੱਥੇ ਦੇ ਨਾਲ, ਬੱਚਿਆਂ ਦੇ ਨਾਲ, ਆਪਣੇ ਪੁੱਤਰ ਦੇ ਨਾਲ। ਉਹਨਾਂ ਨਾਲ ਦਿਲ ਲੱਗ ਗਿਆ। ਥੋੜ੍ਹੇ ਦਿਨਾਂ ਬਾਅਦ ਜਦੋਂ ਪਤਾ ਲੱਗਾ ਨਾ ਪੁੱਤਰ ਨੂੰ ਕਿ ਅੱਬਾ ਹਰੀ ਫਿਰਨ ਟੁਰਨ ਨਹੀਂ ਆਏ, ਅੱਬੇ ਹਰੀ ਰਹਿਣ ਆਏ ਨੇ, ਉਹ ਵੀ ਨਾ ਅੰਦਰੋਂ ਜਿਹੜਾ ਨਾ ਬੜਾ ਤੰਗ ਜਿਹਾ ਪੈ ਗਿਆ ਕਿ ਅਸੀਂ ਅੱਗੇ ਬੜੇ ਇੱਥੇ ਔਖੇ ਜਿਹੇ ਰਹਿ ਰਹੇ ਹਾਂ ਅਤੇ ਹੁਣ ਅੱਬਾ ਵੀ ਆ ਕੇ ਰਹਿਣ ਲੱਗ ਪਿਆ। ਉੱਤੋਂ ਦੀ ਬੇਗਮ ਵੀ ਕਵੇ ਕਿ ਅੱਬਾ ਜੀ ਨੇ ਹੁਣ ਇੱਥੇ ਹੀ ਰਹਿਣਾ, ਮੈਂ ਤਾਂ ਤੰਗ ਆ ਗਈ ਹਾਂ ਰੋਟੀਆਂ ਪਕਾ ਕੇ, ਅੱਬੇ ਤੇਰੇ ਨੂੰ ਸਾਂਭ ਕੇ। ਅਤੇ ਇੰਝ ਨਾ ਜਿਵੇਂ ਉਕਤਾ ਜਿਹਾ ਨਹੀਂ ਜਾਂਦਾ ਬੰਦਾ। ਉਹ ਕੁਝ ਦਿਨ ਤਾਂ ਠੀਕ ਲੰਘੇ, ਲੇਕਿਨ ਬਾਅਦ 'ਚ ਜਿਹੜੀ ਕਰਵਾਹਟ ਆ ਗਈ ਨਾ ਉਹਨਾਂ ਦੇ ਲਹਿਜਿਆਂ ਦੇ ਵਿੱਚ ਵੀ। ਬਾਬੇ ਜੀ ਹਰੀ ਸਾਰਾ ਕੁਝ ਵੇਖ ਰਹੇ ਸੀ। ਬਾਬੇ ਜੀ ਹਰੀ ਅੰਦਰੋਂ ਅੰਦਰ ਬਹੁਤ ਪਰੇਸ਼ਾਨ ਕਿ ਯਾਰ ਇਹਨਾਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਮੈਂ ਹੁਣ ਇੱਥੇ ਹੀ ਰਹਿਣਾ, ਜਾਣਾ ਨਹੀਂ, ਅਤੇ ਇਹਨਾਂ ਦੇ ਕਿਵੇਂ ਲਹਿਜੇ ਚੇਂਜ ਜਿਹੇ ਹੋ ਗਏ ਨੇ। ਬਾਬੇ ਹਰੀ ਨਾਲ ਕੁਝ ਦਿਨ ਤਾਂ ਰਹੇ, ਲੇਕਿਨ ਬਾਬੇ ਹਰੀ ਅੰਦਰੋਂ ਮੁਤਮਿਨ ਨਾ ਕਿ ਯਾਰ ਇਹ ਸਹੀ ਤਰ੍ਹਾਂ ਬੋਲਦੇ ਨਹੀਂ, ਐਵੇਂ ਕੋੜੇ ਰਹਿੰਦੇ ਨੇ ਮੇਰੇ ਨਾਲ। ਅਤੇ ਉਹਨੇ ਫੈਸਲਾ ਕੀਤਾ ਕਿ ਮੈਂ ਤੀਜੇ ਮੁੰਡੇ ਕੋਲ ਜਾ ਕੇ ਰਵਾਂਗਾ। ਉਹਨੇ ਆਪਣੇ ਪੁੱਤਰ ਨੂੰ ਕਿਹਾ ਕਿ ਮੈਂ ਤੀਸਰੇ ਹਾਲ ਚੱਲਣਾ ਵਾਂ ਅਤੇ ਤੁਸੀਂ ਖੁਸ਼ਹਾਲ ਰਹੋ ਆਪਣੀ ਜ਼ਿੰਦਗੀ ਦੇ ਵਿੱਚ। ਉਹਨਾਂ ਨੇ ਨਾ ਹਾਂ ਕੀਤੀ ਨਾ ਕੀਤੀ। ਬਾਬੇ ਹਰੀ ਤੀਜੇ ਮੁੰਡੇ ਘਰ, ਤੀਜੇ ਮੁੰਡੇ ਵੱਲ ਚਲੇ ਗਏ। ਤੀਜਾ ਮੁੰਡਾ ਜਿਹੜਾ ਸੀ ਉਹਨਾਂ ਦਾ ਸਰਕਟ ਪੂਰਾ ਜਿਹਾ ਹੀ ਸੀ। ਦਿਹਾੜੀ ਲੱਗੀ ਤੇ ਖਾ ਲਈ, ਨਾ ਲੱਗੀ ਤੇ ਨਾ ਖਾਧੀ, ਐਵੇਂ ਦਾ ਸਿਸਟਮ ਸੀ ਉਹਨਾਂ ਦਾ। ਉਹ ਜਦੋਂ ਅੱਬੇ ਘਰ ਗਿਆ ਨਾ ਅਤੇ ਅੱਬੇ ਨੂੰ ਵੇਖ ਕੇ ਕਹਿੰਦਾ ਕਿ ਅੱਬਾ ਜੀ ਅਸੀਂ ਅੱਗੇ ਬਹੁਤ ਔਖੇ ਹਾਂ, ਕੰਮ ਹੈ ਕੋਈ ਨਹੀਂ, ਰੋਟੀ ਪਾਣੀ ਹੁੰਦਾ ਕੋਈ ਨਹੀਂ ਸਾਡੇ ਕੋਲ, ਤਾਂ ਤੁਸੀਂ ਵੀ ਆ ਗਏ। ਉਹਨੇ ਨਾ ਬੂਹੇ ਤੋਂ ਹੀ ਅੱਬੇ ਨੂੰ ਨਾ ਕਰ ਦਿੱਤੀ, ਲੇਕਿਨ ਅੱਬੇ ਨੇ ਕਿਹਾ ਯਾਰ ਮੈਂ ਹੋਰ ਕਿੱਥੇ ਜਾਵਾਂ। ਉਹ ਰਹਿਣ ਲੱਗ ਪਿਆ। ਉਹ ਤਾਂ ਸ਼ੁਰੂ ਤੋਂ ਹੀ ਕੋੜੇ ਸਨ। ਉਹ ਅੱਬੇ ਨਾਲ ਠੀਕ ਤਰ੍ਹਾਂ ਬੋਲੇ ਹੀ ਨਹੀਂ। ਇੱਕ ਦਿਨ ਉਹਦੀ ਬੇਗਮ ਕਹਿੰਦੀ ਹੈ ਉਹਦੇ ਅੱਬੇ ਨੂੰ ਕਿ ਅੱਬਾ ਜੀ ਤੁਸੀਂ ਇੰਝ ਕਿਉਂ ਨਹੀਂ ਕਰਦੇ ਕਿ ਤੁਸੀਂ ਦੋਵੇਂ ਪਿਓ ਪੁੱਤਰ ਰਲ ਕੇ ਕੰਮ ਕਰਿਆ ਕਰੋ, ਤਾਂ ਕਿ ਘਰ ਦਾ ਨਿਜ਼ਾਮ ਤੇ ਠੀਕ ਹੋਵੇ। ਦੋ ਬੰਦੇ ਜੇ ਤੁਸੀਂ ਸਾਰੀ ਦਿਹਾੜੀ ਘਰ ਪਏ ਰਹਿੰਦੇ ਜੇ ਤੁਸੀਂ। ਪਿਓ ਨੇ ਕੁਛ ਨਾ ਕਿਹਾ, ਕਿਉਂਕਿ ਪਿਓ ਦੀ ਝੁਕੀ ਜਿਹੀ ਕਮਰ, ਕਮਜ਼ੋਰ ਜਿਹੀਆਂ ਲੱਤਾਂ ਅਤੇ ਕੰਬਦਾ ਬਦਨ ਵੇਖ ਕੇ ਨਾ ਕੋਈ ਵੀ ਕਹਿ ਸਕਦਾ ਸੀ ਕਿ ਇਹ ਕੰਮ ਨਹੀਂ ਕਰ ਸਕਦਾ। ਲੇਕਿਨ ਉਹਨੇ ਕੰਮ ਤਾਂ ਨਾ ਕੀਤਾ। ਅੰਦਰੋਂ ਹੀ ਅੰਦਰ ਉਹ ਬੜਾ ਪਰੇਸ਼ਾਨ ਜਿਹਾ ਹੋਇਆ ਕਿ ਯਾਰ ਮੈਂ ਸਾਰੀ ਉਮਰ ਇਹਨਾਂ ਵਾਸਤੇ ਕੰਮ ਕੀਤਾ, ਇਹ ਹੁਣ ਮੈਨੂੰ ਪਾਲ ਨਹੀਂ ਸਕਦੇ। ਉਹ ਨਾ ਉੱਥੋਂ ਨਿਕਲਿਆ, ਕਹਿੰਦਾ ਕਿ ਮੈਂ ਤੁਹਾਡੇ ਹਾਲਾਤ ਉਂਝ ਮਾੜੇ ਨੇ ਅਤੇ ਮੈਂ ਦੂਜੇ ਪੁੱਤਰ ਕੋਲ ਜਾ ਕੇ ਰਹਿ ਲੈਂਦਾ ਵਾਂ। ਉਹਨਾਂ ਨੇ ਕਿਹਾ ਠੀਕ ਹੈ ਅੱਬਾ ਜੀ ਜਾਓ,
ਅਸੀਂ ਤਾਂ ਔਖੇ ਸੌਖੇ ਰਹਿੰਦੇ ਪਏ ਹਾਂ, ਅਤੇ ਤੁਸੀਂ ਵੀ ਆ ਗਏ ਤਾਂ ਤੁਹਾਨੂੰ ਸਾਹਮਣਾ ਵੀ ਬਹੁਤ ਔਖਾ। ਉਹ ਨਿਕਲਿਆ ਉੱਥੋਂ ਤੇ ਦੂਸਰੇ ਮੁੰਡੇ ਵੱਲ ਚਲਾ ਗਿਆ, ਜਿਹੜਾ ਦੂਸਰੇ ਨੰਬਰ ਵਾਲਾ ਮੁੰਡਾ ਸੀ। ਦੂਸਰੇ ਮੁੰਡਾ ਜਿਹੜਾ ਸੀ ਨਾ, ਨੰਬਰ ਵਾਲਾ ਮੁੰਡਾ, ਉਹ ਬੜਾ ਲਾਲਚੀ ਜਿਹਾ ਇਨਸਾਨ ਸੀ। ਆਵਾਮ ਨੂੰ ਠੱਗਣਾ, ਸ਼ਰਤਾਂ ਲਾਉਣੀਆਂ, ਜੂਆ ਜਵਾਰਾ ਉਹਦਾ ਕੰਮ ਸੀ। ਉਹਨੇ ਅੱਬੇ ਦਾ ਖੁਸ਼ਾਮਦ ਕੀਤੀ ਚੰਗੀ। ਉਹਨੇ ਕਿਹਾ ਆਓ ਜੀ ਅੱਬਾ ਜੀ, ਦਾਵਤ ਸ਼ਾਵਤ ਕੀਤੀ। ਉਹਨੇ 4 ਦਿਨ ਉਹਨੇ ਅੱਬੇ ਦੀ ਚੰਗੀ ਖਿਦਮਤ ਕੀਤੀ। ਖਿਦਮਤ ਕਰਨ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਅੱਬੇ ਹਰਾਂ ਕੋਲ ਕੋਈ ਸ਼ੈ ਨਹੀਂ ਹੈ, ਅੱਬੇ ਜੀ ਹਰੀ ਵਿਹਲੇ ਨੇ, ਉਹਨੇ ਕਿਹਾ ਅੱਬਾ ਜੀ ਕੋਈ ਮਾਲੋ ਦੌਲਤ ਸਾਰੀ ਉਮਰ ਕੰਮ ਕੀਤਾ, ਤੁਸੀਂ ਕੋਈ ਨਹੀਂ ਇਕੱਠਾ ਕੀਤੀ। ਉਹਨੇ ਕਿਹਾ ਪੁੱਤਰ ਜੋ ਵੀ ਹੈ ਅਸੀਂ ਖਾ ਪੀ ਛੱਡੀਏ, ਤੁਹਾਨੂੰ ਪੜ੍ਹਾ ਲਿਖਾ ਛੱਡਿਆ, ਤੁਹਾਡੇ ਵਿਆਹ ਕਰ ਛੱਡੇ ਨੇ, ਮੈਂ ਵਿਹਲਾ। ਉਹਨੇ ਕਿਹਾ ਅੱਬਾ ਜੀ ਇੰਝ ਕੰਮ ਨਹੀਂ ਚੱਲਣਾ, ਮੈਂ ਵੀ ਕੋਈ ਕੰਮ ਨਹੀਂ ਕਰਦਾ ਅਤੇ ਤੁਸੀਂ ਵੀ ਕੋਈ ਕੰਮ ਨਹੀਂ ਕਰਦੇ ਆ, ਅਤੇ ਫਿਰ ਐਵੇਂ ਸਰਕਟ ਕਿਵੇਂ ਚੱਲੇਗਾ। ਉਹ ਬੇਗਮ ਨੇ ਸਾਰੀ ਦਿਹਾੜੀ ਬੱਚੇ ਬਾਹਰ ਜਿਹੜਾ ਨਾ ਆਪਣੇ ਉਹ ਅੱਬੇ ਜੀ ਹਰਾਂ ਨੂੰ ਫੜਾ ਦੇਣੇ, ਅੱਬਾ ਜੀ ਖਿਡਾਓ ਇਹਨੂੰ। ਅੱਬਾ ਜੀ ਆਪ ਬਿਮਾਰੀ ਦੇ ਸ਼ਿਕਾਰ ਸੀ। ਉਹਨੇ ਸਾਰੀ ਦਿਹਾੜੀ ਖੰਘਿਆ ਕਰਨਾ, ਨਾ ਦਵਾਈ ਦਾ ਕਿਸੇ ਨੂੰ ਪਤਾ, ਨਾ ਦਾਰੂ ਦਾ ਕਿਸੇ ਨੂੰ ਪਤਾ। ਅੱਬਾ ਜੀ ਹਰਾਂ ਦੀ ਤਬੀਅਤ ਉੱਥੇ ਨਾ ਹੋਰ ਖਰਾਬ ਹੋ ਗਈ। ਬੇਗਮ ਨੇ ਇੱਕ ਦਿਨ ਕਿਹਾ, ਉਹਨੇ ਕਿਹਾ ਕਿ ਤੁਹਾਡੇ ਅੱਬਾ ਜੀ ਨੂੰ ਸਾਂਭਣਾ ਬਹੁਤ ਔਖਾ ਹੈ, ਮੈਂ ਬੱਚਿਆਂ ਨੂੰ ਸਾਂਭਾਂ ਕਿ ਤੁਹਾਡੇ ਪਿਓ ਨੂੰ ਸਾਂਭਾਂ, ਮੈਂ ਨਹੀਂ ਸਾਂਭ ਸਕਦੀ, ਅੱਬੇ ਹਰਾਂ ਨੂੰ ਕਹੋਗੇ ਨਿਕਲੇ ਇੱਥੋਂ। ਅੱਬੇ ਹਰਾਂ ਨੇ ਫੈਸਲਾ ਕੀਤਾ ਕਿ ਮੈਂ ਸਾਰਿਆਂ ਨਾਲ ਨਿੱਕੇ ਮੁੰਡੇ ਕੋਲ ਜਾ ਕੇ ਰਹਿਣਾ ਵਾਂ। ਹੁਣ ਇੱਕ ਉਹ ਹੀ ਆਸਰਾ ਬਚਿਆ ਮੇਰੇ ਕੋਲ, ਹੋਰ ਕੋਈ ਵੀ ਨਹੀਂ ਹੈ। ਅੱਬਾ ਜੀ ਹਰੀ ਉੱਥੋਂ ਨਿਕਲੇ ਅਤੇ ਸਾਰਿਆਂ ਨਾਲ ਨਿੱਕੇ ਮੁੰਡੇ ਕੋਲ ਪਹੁੰਚ ਗਏ। ਉਹ ਸਾਰਿਆਂ ਨਾਲ ਨਿੱਕਾ ਮੁੰਡਾ ਜਿਹੜਾ ਸੀ ਨਾ, ਉਹ ਹੈ ਤੇ ਵਿਹਲਾ ਹੀ ਸੀ, ਕੰਮ ਸ਼ਮ ਪੂਰਾ ਜਿਹਾ ਹੀ ਸੀ ਉਹਦੇ ਕੋਲ, ਲੇਕਿਨ ਦਿਲ ਦਾ ਬੜਾ ਚੰਗਾ ਇਨਸਾਨ ਸੀ। ਉਹਦੀ ਜਿਹੜੀ ਬੇਗਮ ਸੀ ਉਹ ਵੀ ਬੜੀ ਅੱਛੀ ਇਨਸਾਨ ਸੀ। ਉਹਨੇ ਬਾਬਾ ਜੀ ਹਰਾਂ ਦੀ ਖੂਬ ਖਿਦਮਤ ਕੀਤੀ। ਕਦੀ ਉਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਡੇ ਕੋਲ ਕੋਈ ਸ਼ੈ ਨਹੀਂ ਹੈ। ਆਪਣੇ ਨਾਲੋਂ ਚੰਗਾ ਜਿਹੜਾ ਨਾ ਬਾਬੇ ਹਰਾਂ ਨੂੰ ਖਵਾਇਆ ਕਰਨਾ, ਮੁੰਡੇ ਨੇ ਕੰਮ ਕਰਿਆ ਕਰਨਾ, ਦਵਾਈਆਂ ਸ਼ਵਾਈਆਂ ਜਿਹੜੀਆਂ ਬਾਬੇ ਹਰਾਂ ਦੀਆਂ ਹੋਣੀਆਂ ਕਰਨੀਆਂ ਉਹ ਲੈ ਕੇ ਆਇਆ ਕਰਨੀਆਂ। ਬਾਬੇ ਦੀ ਉਹਨਾਂ ਨੇ ਨਾ ਚੰਗੀ ਖਿਦਮਤ ਕੀਤੀ। ਬਾਬੇ ਦੀ ਫਿਰ ਜਿਹੜੀ ਜ਼ਿੰਦਗੀ ਰਹਿ ਗਈ ਸੀ ਨਾ ਬਚੀ, ਉਸ ਨਿੱਕੇ ਮੁੰਡੇ ਵਾਲੀ ਗੁਜ਼ਰੀ। ਬਾਬੇ ਦਾ ਉੱਥੇ ਦਿਲ ਲੱਗ ਗਿਆ। ਬਾਬਾ ਜਿਹੜਾ ਨਾ ਉੱਥੇ ਕੁ 4 ਦਿਨ ਜਿਹੜੇ ਬਾਬੇ ਨੇ ਕੱਢੇ ਨਾ ਉੱਥੇ ਹੀ ਕੱਢੇ। ਬਾਬਾ ਜਿਹੜਾ ਨਾ ਅੰਦਰੋਂ ਅੰਦਰ ਬਹੁਤ ਖੁਸ਼ ਕਿ ਮੇਰਾ ਪੁੱਤਰ ਜਿਹੜਾ ਬਹੁਤ ਅੱਛਾ ਹੈ, ਇਹਦੀ ਬੇਗਮ ਵੀ ਬਹੁਤ ਅੱਛੀ ਹੈ, ਕਦੀ ਮੈਨੂੰ ਉਫ ਤੱਕ ਨਹੀਂ ਕਿਹਾ ਇਹਨਾਂ ਨੇ। ਉਹ ਬਾਬੇ ਦਾ ਨਾ ਜਦੋਂ ਆਖਰੀ ਟਾਈਮ ਆ ਗਿਆ ਨਾ, ਉਹਨੇ ਆਪਣੇ ਨਿੱਕੇ ਮੁੰਡੇ ਨੂੰ ਸੱਦਿਆ। ਉਹਨੇ ਕਿਹਾ ਪੁੱਤਰ ਮੈਨੂੰ ਲੱਗਦਾ ਹੈ ਕਿ ਮੇਰਾ ਆਖਰੀ ਟਾਈਮ ਆ ਗਿਆ। ਉਹ ਪੁੱਤਰ ਦੀ ਅੱਖਾਂ 'ਚੋਂ ਅਥਰੂ ਆ ਗਏ। ਉਹਨੇ ਕਿਹਾ ਅੱਬਾ ਜੀ ਸਾਡੇ ਕੋਲ ਕੋਈ ਕਮੀ ਖੁਤਾਈ ਹੋਈ ਹੈ ਤਾਂ ਸਾਨੂੰ ਮਾफ़ ਕਰ ਦਿਓ, ਅਸੀਂ ਤੁਹਾਡੀ ਉਸ ਤਰ੍ਹਾਂ ਖਿਦਮਤ ਨਹੀਂ ਕਰ ਸਕੇ ਜਿਸ ਤਰ੍ਹਾਂ ਕਰਨੀ ਚਾਹੀਦੀ ਹੈ, ਅਤੇ ਕੋਈ ਪਰੇਸ਼ਾਨੀ ਤੁਹਾਨੂੰ ਤਾਂ ਸਾਨੂੰ ਦੱਸੋ। ਉਹਨੇ ਕਿਹਾ ਪੁੱਤਰ ਕੋਈ ਪਰੇਸ਼ਾਨੀ ਨਹੀਂ, ਤੁਸੀਂ ਸਾਰਿਆਂ ਨਾਲੋਂ ਵੱਧ ਮੇਰੀ ਖਿਦਮਤ ਕੀਤੀ ਹੈ। ਉਹ ਪੁੱਤਰ ਰੋਣ ਲੱਗ ਪਿਆ। ਉਹਨੇ ਕਿਹਾ ਨਹੀਂ ਅੱਬਾ ਜੀ, ਅੱਲਾ ਪਾਕ ਤੁਹਾਡਾ ਸਾਇਆ ਹਮੇਸ਼ਾ ਸਾਡੇ ਸਿਰਾਂ 'ਤੇ ਕਾਇਮ ਰੱਖੇ। ਤੁਹਾਡੇ ਨਾਲ ਸਾਡੇ ਘਰਾਂ ਦੀਆਂ ਰੌਣਕਾਂ ਨੇ, ਤੁਸੀਂ ਚਲੇ ਗਏ ਅਤੇ ਅਸੀਂ ਬਾਅਦ 'ਚੋਂ ਕੀ ਕਰਾਂਗੇ। ਉਹ ਪਿਓ ਨੇ ਕਿਹਾ ਕਿ ਮੇਰਾ ਟਾਈਮ ਹੈ, ਹਰ ਬੰਦੇ ਨੇ ਇਸ ਦੁਨੀਆ ਤੋਂ ਜਾਣਾ ਹੈ ਅਤੇ ਮੈਂ ਵੀ ਚਲੇ ਜਾਣਾ। ਅਤੇ ਮੇਰੀ ਇੱਕ ਨਸੀਹਤ ਹੈ ਪੁੱਤਰ ਕਿ ਮੇਰੇ ਮਰਨ ਤੋਂ ਬਾਅਦ ਫਲਾਣੀ ਜਗ੍ਹਾ ਦਾ ਇੱਕ ਤਾਜਰ ਹੈ, ਉਹਦੇ ਕੋਲ ਚਲੇ ਜਾਈਂ ਅਤੇ ਉਹਨੂੰ ਜਾ ਕੇ ਦੱਸੀ ਕਿ ਅੱਬੇ ਹਰੀ ਫੌਤ ਹੋ ਗਏ ਨੇ, ਅਤੇ ਉਹ ਤੈਨੂੰ ਕੋਈ ਅਮਾਨਤਾਂ ਦੇਵੇਗਾ, ਉਹ ਸਿਰਫ ਔਰ ਸਿਰਫ ਤੇਰੀਆਂ ਨੇ, ਉਹਦੇ 'ਤੇ ਤੇਰੇ ਭਰਾਵਾਂ ਦਾ ਕੋਈ ਹੱਕ ਨਹੀਂ। ਕਿਉਂਕਿ ਮੈਂ ਆਪਣੇ ਆਖਰੀ ਟਾਈਮ 'ਤੇ ਆਪਣੇ 5 ਪੁੱਤਰਾਂ ਨੂੰ ਅਜ਼ਮਾਇਆ, ਜਿੰਦੇ 'ਚੋਂ ਸਿਰਫ ਔਰ ਸਿਰਫ ਤੂੰ ਹੀ ਕਾਮਯਾਬ ਹੋਇਆ। ਉਸ ਅਮਾਨਤ ਦਾ ਹੱਕਦਾਰ ਸਿਰਫ ਤੂੰ ਹੈ, ਬਾਕੀਆਂ ਭਰਾਵਾਂ ਦਾ ਉਹਦੇ 'ਤੇ ਕੋਈ ਹੱਕ ਨਹੀਂ। ਉਹ ਭਾਜੀ ਫੌਤ ਹੋ ਜਾਂਦੇ ਨੇ। ਉਹ ਨਿੱਕਾ ਭਰਾ ਦੂਸਰੇ ਭਰਾਵਾਂ ਨੂੰ ਸੁਨੇਹਾ ਘੱਲਦਾ ਹੈ ਕਿ ਅੱਬਾ ਜੀ ਹੋ ਗਏ ਨੇ ਫੌਤ। ਉਹ ਦੂਸਰੇ ਭਰਾ ਜਿਨ੍ਹਾਂ ਨੇ ਅੱਬੇ ਹਰਾਂ ਨੂੰ ਘਰੋਂ ਕੱਢ ਦਿੱਤਾ ਸੀ, ਉਹ ਪਹੁੰਚੇ ਮਈਅਤ 'ਤੇ, ਅੱਬੇ ਹਰਾਂ ਨੂੰ ਦਫਨਾਇਆ। ਉਹ ਛੋਟੇ ਭਰਾ ਦੇ ਦਿਲ ਦੇ ਵਿੱਚ ਉਹ ਗੱਲ ਉਹਨੇ ਆਪਣੇ ਭਰਾਵਾਂ ਨੂੰ ਦੱਸੀ ਕਿ ਅੱਬਾ ਜੀ ਇਸ ਤਰ੍ਹਾਂ ਮੈਨੂੰ ਕਹਿ ਕੇ ਗਏ ਸੀ ਕਿ ਇੱਕ ਤਾਜਰ ਨੂੰ ਮਿਲੀ, ਉਹਦੇ ਕੋਲ ਕੋਈ ਅਮਾਨਤਾਂ ਨੇ ਅਤੇ ਉਹ ਤੇਰੇ ਇਕੱਲੇ ਦੀਆਂ ਨੇ,
लेकिन मेरा दिल इंदे ते मुतमिन नहीं। असी 5 भरा वां ते मैं कहना वां कि साडे 5 भरावां दा उहदे ते हक है। वो दूसरे भरा जिहड़े अंदरों अंदर लालचमंद सन, उन्होंने कहा ठीक है तू अमानतां लै आ ते लिया के बराबर साडे च तकसीम कर दे, असी तेरे तो खुश हाँ। वो इस तरह गया ताजर को जाके संदूक लै आया। जो संदूक लिया के खोलिया तो उहदे च काफ़ी ज़्यादा अशरफियाँ ते दुकानां दे कागजात सन ते उन्हां दी माँ दे जेवरात सन। उन्होंने बराबर हिस्सा तकसीम किया आपस च ते बाद चो इस तरह वखरे होए, उन्होंने कदी छोटे भरा नूं पुछया भी नहीं। कुछ टाइम गुजरिया, अल्लाह दी करनी कुछ ऐसी हुई कि टाइम ऐसा पलटिया कि सारे भरा दिवालिया हो गए। सारे नाल वड्डा भरा उनका सब कुछ वेख गया, सब कुछ, यानी कि जो माल उन्हें प्यो कोलों लिया सी, प्यो का माल सी जिहड़ा वो भी उड़ गया ते जिहड़ा उनका कार सी वो तक वेख गया। उन्होंने ऐसा नुकसान होया कोई। जिहड़ा चौथे नंबर वाला भरा सी वो किसी कतल दे विच मुलवस पाया गया, उन्होंने कैद हो गई, उनका कार बार सब कुछ वेख गया। तीसरे नंबर वाला भरा जिहड़ा सी वो किसी फ्राडी इंसान का शिकार हो गया, उनका पैसा कोई फ्राड कोई ठग लैके निकल गया, वो भी दिवालिया हो गया, उन्होंने हालात भी बद तो बदतर हो गए। चौथे नंबर वाला भरा जिहड़ा लालच दा मारिया सी, उन्हें अपने सारे पैसे जड़े ने वो किसी जुए च हार दिते, वो भी रोड ते आ गया, वो भी रोड ते आ गया, सब कुछ वेख गया उनका। सारे नाल छोटा भरा जिहड़ा सी उन्हें उस पैसिਆਂ दे नाल कारोबार किया, दूर दराज तो कपड़ा लिया के अपने पिंड च वेचिया। वेखदे एक बहुत वड्डा ताजर बन गया। इन्ना कु पैसा हो गया उनके कोल कि उन्हें उस सारियां दुकानां खरीद लईयां जिहड़ियां उन्हां दे भरावां ने वेचियां सी। एक टाइम ऐसा आया कि वह पूरे बाजार का मालक हो गया। वो बाकी भरा वेख के ते उहदे तो सड़न लग पे। और जदों भी उन्हां दे भरावां ने उस निक्के को जाया करना, अपनी हैसियत तो वध निक्के भरा ने उन्होंने दिया करना, जो चीज़ मंगया करनी। उन्होंने समझ आ गई कि साडी जिंदगी ते आहरत जिहड़ी है ना, साडी प्यो दी बददुआवां दे नाल तबाह हो गई ते साडे निक्के भरा दी जिंदगी ते आहरत जिहड़ी है ना वो आबाद हो गई है साडे प्यो दीयां दुआवां दे नाल। उन्होंने इस दुनिया च रह के समझ आ गई। दोस्तों, इस कहानी दे नाल सानू 3 सबक मिलते हैं। पहला सबक ये कि अपनी औलाद दी इस तरह परवरिश करो कि वह कल नूं तुहाडा सहारा बनन, वो तुहानू उफ तक ना कहन। दूसरा है कि अपने वालदैन दी खिदमत करया करो, उन्होंने उफ तक ना किया करो, उन्हां दी अच्छी खिदमत करया करो ताकि वो तुहाडे तो खुश हो जान। तीसरी है कि वालदैन दी बददुआ तो बचो, क्योंकि वालदैन दी बददुआ तुहानू रोल देंदी है इस दुनिया च भी ते आहरत च भी। दोस्तों, तुहानू वीडियो कैसी लगी कमेंट सैक्शन दे विच अपनी कीमती राय नाल सानू ज़रूर आगाह करया करो कि यह स्टोरी तुहानू कैसी लगी। मज़ीद ऐसी ही होर कहानियां सुनने वास्ते साडे चैनल नू ज़रूर सबसक्राइब कर लियो। मिलदे आ एक नैक्सट कहानी दे नाल। अल्लाह हाफिज़।